ਸਟੱਡੀ ਵੀ ਲਾਈਕ ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਜ਼ਰੂਰੀ ਵੀਡੀਓ ਲੈ ਕੇ, ਜਿਸ ਵਿੱਚ ਆਪਾਂ ਭਾਰਤ ਵਿੱਚ ਯੂਰਪੀ ਸ਼ਕਤੀਆਂ ਦਾ ਆਉਣਾ ਅਤੇ ਅੰਗਰੇਜ਼ਾਂ ਦੇ ਆਗਮਨ ਦੇ ਬਾਰੇ ਜ਼ਰੂਰੀ ਪ੍ਰਸ਼ਨ ਪੜ੍ਹਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਮਿਲ ਸਕਣ। ਤੇ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਸਭ ਤੋਂ ਪਹਿਲਾ ਯਾਤਰੀ ਜੋ ਭਾਰਤ ਦੀ ਭਾਲ ਵਿੱਚ ਨਿਕਲਿਆ ਸੀ ਉਹ ਕੌਣ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਕ੍ਰਿਸਟੋਫਰ ਕੋਲੰਬਸ। 1492 ਈਸਵੀ ਵਿੱਚ ਕੋਲੰਬਸ ਭਾਰਤ ਦੀ ਖੋਜ ਵਿੱਚ ਨਿਕਲਿਆ ਸੀ, ਪਰੰਤੂ ਉਹ ਅਮਰੀਕਾ ਪਹੁੰਚ ਗਿਆ ਸੀ। ਇਸ ਤਰ੍ਹਾਂ ਉਸਨੇ ਅਮਰੀਕਾ ਦੀ ਖੋਜ ਕੀਤੀ ਸੀ। ਅਗਲਾ ਪ੍ਰਸ਼ਨ, ਸਭ ਤੋਂ ਪਹਿਲਾਂ ਕਿਸ ਯੂਰਪੀਅਨ ਨੇ ਭਾਰਤ ਨੂੰ ਖੋਜਿਆ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਵਾਸਕੋ ਡੀ ਗਾਮਾ। 17 ਮਈ 1498 ਈਸਵੀ ਵਿੱਚ ਪੁਰਤਗਾਲ ਯਾਤਰੀ ਵਾਸਕੋ ਡੀ ਗਾਮਾ ਭਾਰਤ ਪਹੁੰਚਿਆ ਸੀ ਅਤੇ ਉਹ ਭਾਰਤ ਪਹੁੰਚਣ ਵਾਲਾ ਪਹਿਲਾ ਯੂਰਪੀਅਨ ਸੀ। ਵਾਸਕੋ ਡੀ ਗਾਮਾ ਅਟਲਾਂਟਿਕ ਮਹਾਸਾਗਰ ਨੂੰ ਪਾਰ ਕਰਦੇ ਹੋਏ ਭਾਰਤ ਪਹੁੰਚਿਆ ਸੀ ਅਤੇ ਇਸ ਤਰ੍ਹਾਂ ਯੂਰਪੀਅਨਾਂ ਨੇ ਭਾਰਤ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਸੀ। ਅਗਲਾ ਪ੍ਰਸ਼ਨ, ਵਾਸਕੋ ਡੀ ਗਾਮਾ ਸਭ ਤੋਂ ਪਹਿਲਾਂ ਭਾਰਤ ਦੇ ਕਿਸ ਖੇਤਰ ਵਿੱਚ ਪਹੁੰਚਿਆ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਕੇਰਲ ਦੇ ਕਾਲੀਕਟ ਵਿਖੇ। ਵਾਸਕੋ ਡੀ ਗਾਮਾ ਆਪਣੇ 3 ਜਹਾਜ਼ਾਂ ਨਾਲ ਕੇਰਲ ਦੇ ਕਾਲੀਕਟ ਵਿਖੇ ਪਹੁੰਚਿਆ ਸੀ, ਜਿੱਥੇ ਉੱਥੋਂ ਦੇ ਰਾਜੇ ਜੈਮੋਰੀਅਨ ਨੇ ਉਸ ਦਾ ਸਵਾਗਤ ਕੀਤਾ ਸੀ ਅਤੇ ਵਾਸਕੋ ਡੀ ਗਾਮਾ ਤਕਰੀਬਨ 3 ਮਹੀਨੇ ਭਾਰਤ ਵਿੱਚ ਰਿਹਾ ਸੀ। ਅਗਲਾ ਪ੍ਰਸ਼ਨ, ਵਾਸਕੋ ਡੀ ਗਾਮਾ ਦੁਬਾਰਾ ਭਾਰਤ ਕਦੋਂ ਆਇਆ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 1501 ਈਸਵੀ ਵਿੱਚ। 1501 ਈਸਵੀ ਵਿੱਚ ਵਾਸਕੋ ਡੀ ਗਾਮਾ ਨੇ ਕੰਨਾਨੌਰ ਵਿੱਚ ਇੱਕ ਫੈਕਟਰੀ ਸਥਾਪਿਤ ਕੀਤੀ ਸੀ ਅਤੇ ਇਸ ਤਰ੍ਹਾਂ ਕੰਨਾਨੌਰ, ਕਾਲੀਕਟ ਤੇ ਕੋਚੀ ਪੁਰਤਗਾਲੀਆਂ ਦੇ ਮੁੱਖ ਵਪਾਰਕ ਕੇਂਦਰ ਬਣ ਗਏ ਸਨ। ਅਗਲਾ ਪ੍ਰਸ਼ਨ, 1503 ਈਸਵੀ ਵਿੱਚ ਪੁਰਤਗਾਲੀਆਂ ਦੁਆਰਾ ਪਹਿਲਾ ਕਿਲ੍ਹਾ ਕਿੱਥੇ ਬਣਵਾਇਆ ਗਿਆ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਕੋਚੀ ਵਿਖੇ, ਜਾਂ ਜਿਸ ਨੂੰ ਕੋਚੀਨ ਵੀ ਕਿਹਾ ਜਾਂਦਾ ਸੀ। ਅਤੇ ਪੁਰਤਗਾਲੀਆਂ ਦੁਆਰਾ ਦੂਜਾ ਕਿਲ੍ਹਾ 1505 ਈਸਵੀ ਵਿੱਚ ਕੰਨਾਨੌਰ ਵਿਖੇ ਬਣਵਾਇਆ ਗਿਆ ਸੀ। ਅਗਲਾ ਪ੍ਰਸ਼ਨ, 1505 ਈਸਵੀ ਵਿੱਚ ਪੁਰਤਗਾਲ ਦੇ ਰਾਜਾ ਨੇ ਕਿਸ ਪੁਰਤਗਾਲੀ ਨੂੰ ਭਾਰਤ ਵਿੱਚ ਪਹਿਲਾ ਗਵਰਨਰ ਨਿਯੁਕਤ ਕੀਤਾ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਫਰਾਂਸਿਸਕੋ ਡੀ ਅਲਮੀਡਾ। ਫਰਾਂਸਿਸਕੋ ਡੀ ਅਲਮੀਡਾ ਨੇ ਬਲੂ ਵਾਟਰ ਪਾਲਿਸੀ ਲਿਆਂਦੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਹਿੰਦ ਮਹਾਸਾਗਰ 'ਤੇ ਸਿਰਫ ਪੁਰਤਗਾਲੀਆਂ ਦਾ ਹੀ ਕਬਜ਼ਾ ਰਹੇਗਾ ਅਤੇ ਇਸ ਰਾਹ ਰਾਹੀਂ ਸਿਰਫ ਪੁਰਤਗਾਲੀ ਹੀ ਵਪਾਰ ਕਰ ਸਕਦੇ ਹਨ। ਅਗਲਾ ਪ੍ਰਸ਼ਨ, ਭਾਰਤ ਵਿੱਚ ਪਹਿਲੀ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕਿਹਨਾਂ ਦੁਆਰਾ ਕੀਤੀ ਗਈ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਪੁਰਤਗਾਲੀਆਂ ਦੁਆਰਾ। ਪੁਰਤਗਾਲੀਆਂ ਦੁਆਰਾ ਪਹਿਲੀ ਵਾਰ ਪ੍ਰਿੰਟਿੰਗ ਪ੍ਰੈਸ ਇੰਟਰੋਡਿਊਸ ਕੀਤੀ ਗਈ ਸੀ ਅਤੇ 1556 ਵਿੱਚ ਇਸ ਨੂੰ ਗੋਆ ਵਿਖੇ ਸਥਾਪਿਤ ਕੀਤਾ ਗਿਆ ਸੀ। ਪੁਰਤਗਾਲੀਆਂ ਦੁਆਰਾ ਹੀ ਭਾਰਤ ਵਿੱਚ ਅਨਾਨਾਸ, ਪਪੀਤਾ ਤੇ ਗੰਨੇ ਦੀ ਖੇਤੀ ਵੀ ਸ਼ੁਰੂ ਕੀਤੀ ਗਈ ਸੀ। ਅਗਲਾ ਪ੍ਰਸ਼ਨ, ਡੱਚ ਲੋਕ ਭਾਰਤ ਕਦੋਂ ਆਏ ਸਨ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 11 ਨਵੰਬਰ 1604 ਈਸਵੀ ਵਿੱਚ। ਨੀਦਰਲੈਂਡ ਨਾਲ ਸੰਬੰਧ ਰੱਖਦੇ ਲੋਕਾਂ ਨੂੰ ਡੱਚ ਲੋਕ ਕਿਹਾ ਜਾਂਦਾ ਹੈ ਅਤੇ ਇਹ ਲੋਕ ਡੱਚ ਭਾਸ਼ਾ ਬੋਲਦੇ ਹਨ। ਡੱਚ ਲੋਕਾਂ ਦਾ ਸਵਾਗਤ ਰਾਜਾ ਜੈਮੋਰੀਅਨ ਨੇ ਕੀਤਾ ਸੀ, ਜੋ ਕਿ ਕਾਲੀਕਟ ਦਾ ਰਾਜਾ ਸੀ। ਇਸ ਤੋਂ ਪਹਿਲਾਂ ਡੱਚ ਲੋਕ 1595 ਈਸਵੀ ਵਿੱਚ ਭਾਰਤ ਦੀ ਖੋਜ ਵਿੱਚ ਨਿਕਲੇ ਸਨ, ਪਰੰਤੂ ਉਹ ਇੰਡੋਨੇਸ਼ੀਆ ਪਹੁੰਚ ਗਏ ਸਨ। ਅਗਲਾ ਪ੍ਰਸ਼ਨ, ਡੱਚ ਲੋਕਾਂ ਨੇ ਭਾਰਤ ਵਿੱਚ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 1605 ਈਸਵੀ ਵਿੱਚ ਮਸੂਲੀਪਟਨਮ ਵਿਖੇ। ਬਾਅਦ ਵਿੱਚ 1616 ਈਸਵੀ ਵਿੱਚ ਸੂਰਤ ਵਿਖੇ, 1641 ਈਸਵੀ ਵਿੱਚ ਬਿਮਲੀਪਟਨਮ ਵਿਖੇ ਤੇ 1653 ਈਸਵੀ ਵਿੱਚ ਚਿੰਨਸੂਰਾ ਵਿਖੇ ਫੈਕਟਰੀਆਂ ਸਥਾਪਿਤ ਕੀਤੀਆਂ ਸੀ। ਅਗਲਾ ਪ੍ਰਸ਼ਨ, ਡੱਚ ਲੋਕਾਂ ਦੇ ਜਹਾਜ਼ ਦਾ ਮੁਖੀ ਕੌਣ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਐਡਮਿਰਲ।
ਰਾਜਾ ਜੈਮੋਰੀਅਨ ਤੇ ਐਡਮਿਰਲ ਵਿੱਚ ਇੱਕ ਸੰਧੀ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਨੇ ਵਪਾਰ ਕਰਨਾ ਸ਼ੁਰੂ ਕੀਤਾ ਸੀ। ਅਗਲਾ ਪ੍ਰਸ਼ਨ, ਪੁਰਤਗਾਲੀਆਂ ਨੂੰ ਮਲਾਬਾਰ ਤੱਟ ਤੋਂ ਬਾਹਰ ਕੌਣ ਕੱਢਣਾ ਚਾਹੁੰਦਾ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਉਪਰੋਕਤ ਦੋਵੇਂ। ਅਤੇ ਇਹਨਾਂ ਦੋਵਾਂ ਨੇ ਮਿਲ ਕੇ 1604 ਤੇ 1639 ਈਸਵੀ ਵਿੱਚ ਪੁਰਤਗਾਲੀਆਂ ਨੂੰ ਹਰਾਉਣ ਲਈ ਕੋਸ਼ਿਸ਼ ਵੀ ਕੀਤੀ ਸੀ, ਪਰੰਤੂ ਉਹ ਕਾਮਯਾਬ ਨਹੀਂ ਹੋ ਸਕੇ ਸਨ। ਅਗਲਾ ਪ੍ਰਸ਼ਨ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 1608 ਈਸਵੀ ਵਿੱਚ। ਈਸਟ ਇੰਡੀਆ ਕੰਪਨੀ ਦੀ ਸਥਾਪਨਾ 31 ਦਸੰਬਰ 1600 ਈਸਵੀ ਨੂੰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਪਹਿਲੀ ਨੇ ਕੀਤੀ ਸੀ, ਜਿਸ ਦਾ ਮੁੱਖ ਟੀਚਾ ਪੂਰਬੀ ਖੇਤਰ ਯਾਨੀ ਭਾਰਤ ਵਿੱਚ ਵਪਾਰ ਕਰਨਾ ਸੀ। ਅਗਲਾ ਪ੍ਰਸ਼ਨ, 1609 ਈਸਵੀ ਵਿੱਚ ਕਿਹੜਾ ਅੰਗਰੇਜ਼ ਮੁਗਲ ਸ਼ਾਸਕ ਜਹਾਂਗੀਰ ਨੂੰ ਮਿਲਿਆ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਕੈਪਟਨ ਹੌਕਿੰਸ। ਕੈਪਟਨ ਹੌਕਿੰਸ ਨੂੰ ਫਾਰਸੀ ਭਾਸ਼ਾ ਦਾ ਚੰਗਾ ਗਿਆਨ ਸੀ। ਇਸ ਗੱਲ ਤੋਂ ਜਹਾਂਗੀਰ ਬਹੁਤ ਖੁਸ਼ ਹੋਇਆ ਤੇ ਉਸਨੇ ਕੈਪਟਨ ਹੌਕਿੰਸ ਨੂੰ ਇੰਗਲਿਸ਼ ਖਾਂ ਦੀ ਉਪਾਧੀ ਦਿੱਤੀ ਸੀ ਅਤੇ ਨਾਲ ਹੀ ਜਹਾਂਗੀਰ ਨੇ ਅੰਗਰੇਜ਼ਾਂ ਨਾਲ ਵਪਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਅਤੇ ਪੁਰਤਗਾਲੀ ਇਸ ਗੱਲ ਤੋਂ ਕਾਫੀ ਨਾਰਾਜ਼ ਹੋ ਗਏ ਸਨ। ਅਗਲਾ ਪ੍ਰਸ਼ਨ, ਅੰਗਰੇਜ਼ਾਂ ਨੇ ਭਾਰਤ ਵਿੱਚ ਕਿਹੜਾ ਕਿਲ੍ਹਾ ਬਣਵਾਇਆ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਉਪਰੋਕਤ ਸਾਰੇ। ਅਗਲਾ ਪ੍ਰਸ਼ਨ, ਭਾਰਤ ਵਿੱਚ ਪਹਿਲੀ ਡੈਨਿਸ਼ ਕੰਪਨੀ ਦੀ ਸਥਾਪਨਾ ਕਿੱਥੇ ਹੋਈ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 1616 ਈਸਵੀ ਵਿੱਚ ਤੰਜੋਰ, ਤਾਮਿਲਨਾਡੂ ਵਿਖੇ। ਅਗਲਾ ਪ੍ਰਸ਼ਨ, 1661 ਈਸਵੀ ਵਿੱਚ ਪੁਰਤਗਾਲ ਨੇ ਕਿੱਥੋਂ ਦਾ ਵਪਾਰ ਖੇਤਰ ਬ੍ਰਿਟੇਨ ਨੂੰ ਸੌਂਪ ਦਿੱਤਾ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਬੰਬਈ ਦਾ। 1661 ਈਸਵੀ ਵਿੱਚ ਬ੍ਰਿਟੇਨ ਦੇ ਰਾਜਕੁਮਾਰ ਚਾਰਲਸ ਦੂਜੇ ਦਾ ਵਿਆਹ ਪੁਰਤਗਾਲ ਦੀ ਰਾਜਕੁਮਾਰੀ ਕੈਥਰੀਨ ਨਾਲ ਹੋ ਗਿਆ ਸੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਇੱਕ ਦੂਜੇ ਨਾਲ ਸੁਧਰਨ ਲੱਗ ਗਏ ਸਨ ਅਤੇ ਪੁਰਤਗਾਲ ਨੇ ਦਹੇਜ ਦੇ ਰੂਪ ਵਿੱਚ ਬੰਬਈ ਦਾ ਵਪਾਰ ਖੇਤਰ ਬ੍ਰਿਟੇਨ ਨੂੰ ਸੌਂਪ ਦਿੱਤਾ ਸੀ। ਅਗਲਾ ਪ੍ਰਸ਼ਨ, ਭਾਰਤ ਵਿੱਚ ਪਹਿਲੀ ਫਰਾਂਸੀਸੀ ਫੈਕਟਰੀ ਦੀ ਸਥਾਪਨਾ ਕਿੱਥੇ ਹੋਈ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 1668 ਈਸਵੀ ਵਿੱਚ ਗੁਜਰਾਤ ਦੇ ਸੂਰਤ ਵਿਖੇ। ਲੂਈ 14ਵੇਂ ਦੇ ਸ਼ਾਸਨ ਵਿੱਚ 1664 ਈਸਵੀ ਨੂੰ ਫਰਾਂਸੀਸੀ ਕੰਪਨੀ ਦੀ ਸਥਾਪਨਾ ਹੋਈ ਸੀ ਅਤੇ ਦੂਸਰੀ ਫੈਕਟਰੀ ਮਸੂਲੀਪਟਨਮ ਵਿਖੇ 1664 ਈਸਵੀ ਨੂੰ ਸਥਾਪਿਤ ਕੀਤੀ ਗਈ ਸੀ। ਅਗਲਾ ਪ੍ਰਸ਼ਨ, 1688 ਈਸਵੀ ਵਿੱਚ ਔਰੰਗਜ਼ੇਬ ਦਾ ਯੁੱਧ ਕਿਸ ਅੰਗਰੇਜ਼ ਨਾਲ ਹੋਇਆ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਸਰ ਜੌਨ ਚਾਈਲਡ ਦੇ ਨਾਲ। ਔਰੰਗਜ਼ੇਬ ਦੇ ਸਮੇਂ ਅੰਗਰੇਜ਼ ਹੁਗਲੀ ਨਦੀ ਦੇ ਖੇਤਰ ਵਿੱਚ ਆਪ ਦਾ ਪ੍ਰਭਾਵ ਸਥਾਪਿਤ ਕਰ ਰਹੇ ਸਨ ਅਤੇ ਉਹ ਬੰਬਈ ਵਿੱਚ ਮੁਗਲਾਂ ਦੇ ਜਹਾਜ਼ਾਂ 'ਤੇ ਨਿਯੰਤਰਣ ਕਰਨ ਲੱਗੇ ਸਨ। ਇਸ ਗੱਲ ਕਰਕੇ ਔਰੰਗਜ਼ੇਬ ਨੂੰ ਗੁੱਸਾ ਆ ਗਿਆ ਅਤੇ ਉਸ ਨੇ 1688 ਈਸਵੀ ਵਿੱਚ ਸਰ ਜੌਨ ਚਾਈਲਡ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਯੁੱਧ ਵਿੱਚ ਹਰਾ ਦਿੱਤਾ। ਅਗਲਾ ਪ੍ਰਸ਼ਨ, ਸਵੀਡਿਸ਼ ਕੰਪਨੀ ਭਾਰਤ ਕਦੋਂ ਆਈ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 1731 ਈਸਵੀ ਵਿੱਚ। ਅਗਲਾ ਪ੍ਰਸ਼ਨ, ਫਰਾਂਸ ਤੇ ਬ੍ਰਿਟੇਨ ਦਾ ਯੁੱਧ ਕਦੋਂ ਹੋਇਆ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 1746 ਈਸਵੀ ਵਿੱਚ। ਫਰਾਂਸ ਤੇ ਬ੍ਰਿਟੇਨ ਦਾ ਕਰਨਾਟਕਾ ਦਾ ਪਹਿਲਾ ਯੁੱਧ 1746 ਈਸਵੀ ਵਿੱਚ ਸ਼ੁਰੂ ਹੋਇਆ ਸੀ, ਜੋ ਲਗਭਗ 2 ਸਾਲ ਤੱਕ ਚੱਲਿਆ ਸੀ ਅਤੇ ਯੁੱਧ ਦਾ ਨਤੀਜਾ ਬਰਾਬਰ ਰਿਹਾ ਸੀ। ਇਸ ਯੁੱਧ ਤੋਂ ਬਾਅਦ ਵੀ ਇਹਨਾਂ ਦੇਸ਼ਾਂ ਦਾ ਸੰਘਰਸ਼ ਕਾਫੀ ਲੰਬੇ ਸਮੇਂ ਤੱਕ ਚੱਲਦਾ ਰਿਹਾ ਸੀ। ਇਸੇ ਦੇ ਨਾਲ ਹੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ। ਅਗਲੀ ਵੀਡੀਓ ਵਿੱਚ 1857 ਦੇ ਵਿਦਰੋਹ ਬਾਰੇ ਜ਼ਰੂਰੀ ਪ੍ਰਸ਼ਨ ਪੜ੍ਹਾਂਗੇ। ਅੱਜ ਦੀ ਵੀਡੀਓ ਚੰਗੀ ਲੱਗੀ ਹੈ, ਯੂਜ਼ਫੁਲ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਕਮੈਂਟ ਬਾਕਸ ਵਿੱਚ ਵੀ ਸਾਂਝੇ ਕਰ ਸਕਦੇ ਹੋ। ਥੈਂਕ ਯੂ ਸੋ ਮੱਚ।